ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ। ਜਨਮ ਮਰਨ ਮਲ ਉਤਰੈ ਸਾਚੇ ਕੇ ਗੁਣ ਗਾਏ। ਜਨਮ ਮਰਨ ਮਲ ਉਤਰੈ ਸਾਚੇ ਕੇ ਗੁਣ ਗਾਏ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਪ੍ਰਭਾਤ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਤੋਂ ਉਪਰੰਤ ਜੋ ਅੱਜ ਦਾ ਗੁਰਬਚਨ ਹੈ, ਗੁਰਵਾਕ ਹੈ, ਗਿਆਨੀ ਜੀ ਨੇ ਸਾਨੂੰ ਦੁਹਰਾ ਕੇ ਸਰਵਨ ਕਰਵਾਇਆ ਹੈ। ਰਾਗ ਤਨਹਾਸਰੀ ਦੀ ਰਚਨਾ ਹੈ। ਮਹਲਾ ਪੰਜਵਾਂ। ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਬਚਨ ਨੂੰ ਉਚਰਿਤ ਕਰ ਰਹੇ ਨੇ। ਬਹੁਤ ਛੋਟ ਆਕਾਰੀ ਮਾਤਰ 2 ਬੰਦਾਂ ਦਾ ਗੁਰਵਾਕ। ਆਓ ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰਬਚਨਾਂ ਦੀ ਤਕਰੀਰ ਵਿਆਖਿਆਨ ਦੇ ਨਾਲ ਅਸੀਂ ਸਾਂਝ ਪਾਉਣ ਦਾ ਯਤਨ ਕਰੀਏ। ਇੱਕ ਵਾਰ ਖਾਕਸਾਰ ਨੂੰ ਅਸੀਸ ਬਖਸ਼ਦੇ ਹੋਏ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਦਾ ਆਗਾਜ਼ ਮੁੱਖ ਸੁਨੇਹੇ ਤੋਂ ਕਰਦੇ ਹਾਂ, ਜੋ ਕਿ ਰਹਾਉ ਦਾ ਪਤਾ ਹੈ। ਸਭ ਜ਼ਿਕਰ ਕਰਦੇ ਨੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਜਿਸ ਨੂੰ ਬੜੇ ਬੁਨਿਆਦੀ ਢੰਗ ਨਾਲ, ਬੜੀ ਬੇਸਿਕ ਲੈਵਲ 'ਤੇ ਅੰਡਰਸਟੈਂਡ ਕਰਨਾ ਹੋਏ, then let me allow to give some examples। ਕੁਛ ਉਸ ਰੂਪ ਵਿੱਚ ਉਦਾਹਰਨਾਰਥ ਢੰਗ ਦੇ ਨਾਲ ਅਸੀਂ ਚੀਜ਼ ਨੂੰ ਸਮਝ ਸਕੀਏ। ਇਸ ਤਰ੍ਹਾਂ ਜਾਣੋ ਕਿ ਜਿਵੇਂ ਮਦਰ ਨੇਚਰ ਨੇ ਸਾਨੂੰ 5 ਸੈਂਸਿਸ ਦਿੱਤੀਆਂ ਨੇ, ਉਹਨਾਂ ਦਾ ਜੋ ਕਾਰਜ ਖੇਤਰ ਆ ਉਹ ਬੜਾ ਰਾਖਵਾਂ ਆ। ਜੋ ਇੱਕ ਦਾ ਆ ਉਹਦੇ 'ਚ ਦੂਸਰੇ ਦੀ ਕੋਈ ਪਾਰਟੀਸਪੇਸ਼ਨ ਉਸ ਲੈਵਲ ਦੀ ਨਹੀਂ ਹੈ, ਜਾਂ ਇੱਕ ਸੈਂਸ ਦਾ ਕਾਰਜ ਅਸੀਂ ਦੂਸਰੇ ਜੋ ਸਾਡੀ ਸੈਂਸ ਹੈਗੀ ਉਸ ਨੂੰ ਅਸੀਂ ਉਸ ਤਰੀਕੇ ਦੇ ਨਾਲ ਨਹੀਂ ਦੇ ਸਕਦੇ, ਜਾਂ ਇੱਕ ਦੂਜੇ ਦਾ ਸਬਸਟੀਟਿਊਟ ਨਹੀਂ ਹੋ ਸਕਦੇ। ਜਿਵੇਂ ਜੋ ਕੰਮ ਅੱਖਾਂ ਨੇ ਕਰਨਾ ਆ ਉਹ ਕੰਨ ਨਹੀਂ ਕਰ ਸਕਦੇ। ਅੱਖਾਂ ਦਾ ਕੰਮ ਵੇਖਣਾ ਆ, ਆਲੇ ਦੁਆਲੇ ਰੰਗ ਰੂਪ ਆਕਾਰ ਹਰ ਚੀਜ਼ ਦਿਸਦੀ ਇਹਦੇ ਨਾਲ। ਕੰਨਾਂ ਦੇ ਨਾਲ ਤੁਸੀਂ ਜਿੰਨੇ ਮਰਜ਼ੀ ਕੰਨ ਕਿਸੇ ਚੀਜ਼ ਦੇ ਕਲੋਜ਼ ਕਰ ਲਓ, ਵਾਰ-ਵਾਰ ਕਰ ਲਓ, ਬਿਲਕੁਲ ਉੱਪਰ ਕਰ ਲਓ, ਪਰ ਉਹ ਇਹ ਨਹੀਂ ਦੱਸ ਸਕਦੇ ਇਹਦਾ ਰੰਗ ਕਿਵੇਂ ਦਾ ਆ, ਇਹਦੀ ਸ਼ੇਪ ਕਿਵੇਂ ਦੀ ਹੈ। ਉਹ ਤਾਂ ਅੱਖਾਂ ਹੀ ਦੱਸਣਗੀਆਂ। ਜੋ ਕਾਰਜ ਕੰਨਾਂ ਦਾ ਆ, ਜਾਂ ਸਪੋਜ਼ ਕਰੋ ਮੈਂ ਬੋਲ ਰਿਹਾ, ਆਪ ਤੱਕ ਆਵਾਜ਼ ਜਾ ਰਹੀ ਹੈ, ਸਰੋਤ ਹੋ ਰਹੀ ਹੈ। ਜੇ ਕੰਨ ਬਿਲਕੁਲ ਪੂਰੀ ਤਰ੍ਹਾਂ ਏਅਰ ਟਾਈਟ ਕਰਕੇ ਸੀਲ ਕਰਕੇ ਬੰਦ ਕਰ ਲਏ ਜਾਣ ਥੋੜ੍ਹੀ ਦੇਰ ਲਈ, ਅੱਖਾਂ ਨਾਲ ਬਿਨਾਂ ਸ਼ੱਕ ਤੁਸੀਂ ਦੇਖੀ ਜਾਓ, ਮੈਨੂੰ ਨਿਹਾਰੀ ਜਾਓ, ਪਰ ਉਸ ਨਿਹਾਰਨ ਦੇ ਨਾਲ ਜੋ ਕਮਿਊਨੀਕੇਸ਼ਨ ਆ, ਜੋ ਹਰਫਾਂ ਲਫ਼ਜ਼ਾਂ ਅਲਫਾਜ਼ਾਂ ਦੇ ਜ਼ਰੀਏ ਇਨਫੋਰਮੇਸ਼ਨ ਪਹੁੰਚਣੀ ਹੈ, ਉਹ ਨਹੀਂ ਪਹੁੰਚੇਗੀ।
ਇਹਦਾ ਮਤਲਬ ਆਪ ਦੇ ਸਾਹਮਣੇ ਹੈ ਕਿ ਸੈਂਸਸ ਜਿਹੜੀਆਂ ਨੇ ਇਹਨਾਂ ਦੇ ਜਿਹੜੇ ਕਾਰਜ ਖੇਤਰ ਨੇ ਇਹ ਰਿਜ਼ਰਵਡ ਨੇ। ਉਹੀ ਕਾਰਜ ਉਹਦੇ ਹਿੱਸੇ ਵਿੱਚ ਆਉਂਦਾ ਅਤੇ ਉਹਨੇ ਹੀ ਪਰਫੋਰਮ ਕਰਨਾ ਹੈ। ਹੋਰ ਤੁਸੀਂ ਦੇਖ ਲਓ ਬਹੁਤ ਸਾਰੀਆਂ ਮਿਸਾਲਾਂ ਇਸ ਰੂਪ ਦੇ ਵਿੱਚ ਨੇ। ਜਿਵੇਂ ਕੋਈ ਸਵਾਣੀ ਖਾਣਾ ਬਣਾ ਰਹੀ ਹੈ ਅਤੇ ਖਾਣਾ ਬਣਾਉਣ ਦੇ ਸਮੇਂ ਉਹ ਜੋ ਹੈਗਾ ਚੁੱਲ੍ਹੇ ਦੇ ਉੱਤੇ ਦੇਖ ਰਹੀ ਹੈ ਉਸ ਖਾਣੇ ਨੂੰ, ਉਹਦਾ ਰੰਗ ਦੇਖ ਰਹੀ ਹੈ, ਇਹਦੇ 'ਚ ਹਲਦੀ ਵੱਧ ਚਾਹੀਦੀ ਹੈ, ਇਹਦਾ ਰੰਗ ਠੀਕ ਨਹੀਂ, ਇਹਦੀ ਸ਼ੇਪ ਠੀਕ ਨਹੀਂ, ਇਸ ਕਿਸਮ ਦੇ ਨਾਲ। ਹੁਣ ਫਿਰ ਦੇਖਦੀ ਹੈ ਕਿਉਂਕਿ ਇਹ ਕੱਚਾ ਹੈ ਕਿ ਪੱਕਾ ਆ, ਹੱਥ ਨਾਲ ਟੋਹ ਕੇ ਵੇਖ ਲਏਗੀ ਇਹਦੇ 'ਚ ਇਹ ਬਣ ਗਿਆ ਜਾਂ ਨਹੀਂ ਬਣ ਗਿਆ। ਪਰ ਉਹਦੇ ਵਿੱਚ ਲੂਣ ਕਿਵੇਂ ਹੈ, ਮਿਰਚਾਂ ਕਿਵੇਂ ਨੇ, ਉਹਦੇ 'ਚ ਉਹਦਾ ਟੇਸਟ ਕਿਵੇਂ ਹੈ, ਇਹ ਹੱਥ ਨਹੀਂ ਦੱਸਣਗੇ ਉਹਨੂੰ। ਉਹ ਭਾਵੇਂ 10 ਵਾਰੀ ਹੱਥ ਲਗਾ ਲਏ ਉਸਨੂੰ, ਉਹਦਾ ਕੁਝ ਹਿੱਸਾ ਉਠਾ ਕੇ ਆਪਣੇ ਕੂਣੀ 'ਤੇ ਲਗਾ ਲਏ, ਮੱਥੇ 'ਤੇ ਲਗਾ ਲਏ, ਕਿਤੇ ਵੀ ਨਹੀਂ, ਉਹਦਾ ਕੁਛ ਨਹੀਂ ਪਤਾ ਲੱਗਣਾ। ਹਾਂ ਪਤਾ ਲੱਗੇਗਾ ਜਦੋਂ ਕੁਛ ਥੋੜ੍ਹੇ ਜਿਹੇ ਫੂਡ ਦੇ ਹਿੱਸੇ ਨੂੰ ਚੁੱਕ ਕੇ ਜੀਭ 'ਤੇ ਰੱਖੇਗੀ। ਇਹਦਾ ਇਹ ਕਾਰਜ ਰਾਖਵਾਂ ਹੈ। ਰਾਈਟ ਵੇ ਪਤਾ ਲੱਗ ਜਾਏਗਾ ਇਹਦੇ 'ਚ ਲੂਣ ਘੱਟ ਹੈ, ਇਹਦੇ 'ਚ ਮਿਰਚਾਂ ਵੱਧ ਨੇ, ਇਹਦੇ 'ਚ ਆਹ ਚੀਜ਼ ਹੈ, ਇਹਦੇ 'ਚ ਆਹ ਚੀਜ਼ ਹੈ। ਸੋ ਐਗਜ਼ੈਕਟਲੀ ਇਨ ਬਿਨ ਜੇ ਅਸੀਂ ਬਹਿਰੂਨੀ ਤੌਰ 'ਤੇ ਮੈਂ ਬਾਤ ਕੀਤੀ ਕਿ ਹਰ ਇੱਕ ਜੋ ਸਾਡੇ ਇੰਦਰੇ ਨੇ, ਜੋ ਸਾਡਾ ਜਿਹੜੀਆਂ ਸਾਡੀਆਂ ਸੈਂਸਿਸ ਨੇ, ਇਹਨਾਂ ਦਾ ਕਾਰਜ ਖੇਤਰ ਰਾਖਵਾਂ ਹੈ। ਹੁਣ ਅਸੀਂ ਜੇ ਆਪਣਾ ਜਿਹੜਾ ਸਾਡਾ ਇਨਰ ਵਰਲਡ ਆ ਉਹਦੇ 'ਚ ਆ ਜਾਈਏ, ਜਿਹਦੇ 'ਚ ਸੁਰਤਿਆ, ਬਿਰਤਿਆ, ਮਾਨਿਆ, ਬੁੱਧਿਆ, ਵਿਵੇਕਿਆ, ਚਿੱਤਿਆ, ਅੰਤਹਿਕਰਨ ਦੇ ਸਾਰੇ ਜਿਹੜੇ ਕਾਰਜ ਖੇਤਰ ਨੇ। ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਬਹੁਤ ਭਾਵਪੂਰਤ ਸ਼ਬਦ ਹੈ। ਬੰਦਾ ਕਈ ਵਾਰ ਮਤਲਬ ਇਹ ਕਹਿ ਲਓ ਕਿ ਅਸੀਂ ਬਲੇਮ ਗੇਮਰਸ ਹੈਗੇ ਹਾਂ ਮਨੁੱਖ ਰੂਹ ਦੇ ਰੂਪ ਦੇ ਵਿੱਚ। ਬੜਾ ਰੇਅਰਲੀ ਹੁੰਦਾ ਹੈ ਕੋਈ ਬੰਦਾ ਕਿਸੇ ਚੀਜ਼ ਵਾਸਤੇ ਅਕਾਊਂਟੇਬਿਲਿਟੀ ਆਪਣੀ ਤੈਅ ਕਰੇ, ਆਪਣੇ ਆਪ ਨੂੰ ਕਹੇ ਕਿ ਹਾਂ ਇਹ ਮੇਰੀ ਜ਼ਿੰਮੇਵਾਰੀ ਹੈ, ਮੇਰੀ ਰਿਸਪੋਂਸੀਬਿਲਿਟੀ, ਹਾਂ ਮੈਂ ਇੱਥੇ ਚੂਕ ਗਿਆ, ਇਹ ਮੇਰੇ ਵੱਲੋਂ ਕੁਝ ਚੀਜ਼। ਅਦਰਵਾਈਜ਼ ਬੰਦਾ ਆਲੇ ਦੁਆਲੇ ਕਿਤੇ ਨਾ ਕਿਤੇ ਕੁਛ ਲੱਭ ਲੈਂਦਾ ਹੈ ਕਿ ਇਹਦੇ 'ਤੇ ਬਲੇਮ ਲਾਤਾ ਜਾਏ, ਇਹਦੇ ਕਰਕੇ ਆਹ ਚੀਜ਼ ਵਾਪਰ ਗਈ, ਆਹ ਚੀਜ਼ ਹੋ ਗਈ। ਇਹ ਚੀਜ਼ਾਂ ਬੰਦੇ ਦੇ ਅੰਦਰ ਚੱਲਦੀਆਂ ਰਹਿੰਦੀਆਂ। ਜੇ ਆਪਾਂ ਦੇਖੀਏ ਹੁਣ ਗੁਰੂ ਉਪਦੇਸ਼ ਆ, ਗੁਰ ਸ਼ਬਦ ਆ, ਇਹ ਤਾਂ ਕਮਾਲੇ ਕਰਾਮਾਤ ਆ। ਕਦੀ ਗੁਰੂ ਨਾਨਕ ਸਾਹਿਬ ਦੁਲੰਬੇ ਦੀ ਧਰਤੀ 'ਤੇ ਇੱਕ ਬਹੁਤ ਵੱਡੇ ਮਤਲਬ ਠੱਗ ਕੋਲ, ਕਾਤਲ ਕੋਲ ਗਏ ਨੇ, ਜਿਹਨੂੰ ਅਸੀਂ ਸੱਜਣ ਸ਼ੇਖ ਦੇ ਰੂਪ ਵਿੱਚ ਯਾਦ ਕਰਦੇ ਹਾਂ। ਬਾਬਾ ਜੀ ਨੇ ਉਸ ਰਾਤ ਇੱਕ ਸ਼ਬਦ ਗਾਇਆ ਉੱਥੇ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਉਜਲ ਕੇ ਹਾਂ ਚਿਲਕਣਾ ਕੋਟਮ ਕਾਲੜੀ, ਮਸਤ ਹੋਤਿਆਂ ਝੂਠ ਨਾ ਉਤਰੈ, ਜੇ ਸੋ ਤੋਵਾਂ ਤਿਸ। ਸਾਹਿਬ ਪਾਤਸ਼ਾਹ ਦੇ ਬਚਨ ਅਲਾਪਿਆ ਗਾਇਆ ਹੈ। ਇਕੱਲਾ ਸ਼ਬਦ ਹੀ ਉਹਦਾ ਹਿਰਦਾ ਵਿੰਨ ਗਿਆ, ਐਸਾ ਵਿੰਨਿਆ ਕਿ ਉਹ ਕਹਿੰਦੇ ਨੇ ਲਿਟਰਲੀ ਤੌਰ 'ਤੇ ਦਾਨੇ ਲੋਕਾਂ ਦੇ ਬਚਨ ਇਹ ਨੇ ਵੀ ਜਦੋਂ ਸੂਰਜ ਉਸ ਸ਼ਾਮ ਡੁੱਬ ਰਿਹਾ, ਜਿਸ ਸ਼ਾਮ ਗੁਰੂ ਨਾਨਕ ਸਾਹਿਬ ਉਸ ਧਰਮਸ਼ਾਲ ਵਿੱਚ ਪਹੁੰਚੇ ਨੇ, ਅਤੇ ਡੁੱਬਦਾ ਹੋਇਆ ਸੂਰਜ ਉਸ ਜਗ੍ਹਾ ਨੂੰ, ਉਹਦੀ ਧਰਮਸ਼ਾਲਾ ਜਿਹੜੀ ਸੀ ਕਿ ਉਹਨੂੰ ਵਿਟਨੈਸ ਕਰਦਾ ਸੀ ਐਜ਼ ਏ ਕਤਲਗਾਹ ਦੇ ਰੂਪ ਦੇ ਵਿੱਚ, ਕਿਉਂਕਿ ਉਹ ਅਕਸਰ ਲੋਕਾਂ ਨੂੰ ਲੁੱਟ ਲੈਂਦਾ ਸੀ, ਠੱਗ ਲੈਂਦਾ ਸੀ, ਮਾਰ ਦਿੰਦਾ ਸੀ, ਕਤਲ ਕਰ ਦਿੰਦਾ ਸੀ। ਮਗਰ ਜਿਵੇਂ ਹੀ ਉਹ ਰਾਤ ਬੀਤਦੀ, ਅਗਲਾ ਸੂਰਜ ਚੜ੍ਹਦਾ ਹੈ, ਅਤੇ ਚੜ੍ਹਦੇ ਹੋਏ ਸੂਰਜ ਦੀਆਂ ਰਿਸ਼ਮਾਂ ਜਦੋਂ ਉਸ ਬਿਲਡਿੰਗ 'ਤੇ ਪੈਂਦੀਆਂ ਨੇ, ਉਸ ਇਮਾਰਤ 'ਤੇ ਪੈਂਦੀਆਂ ਨੇ, ਅਤੇ ਉਹ ਕਤਲਗਾਹ ਨਹੀਂ ਰਹਿ ਜਾਂਦੀ, ਉਹ ਵਾਕਿਆ 'ਚ ਧਰਮਸਾਲ ਬਣ ਜਾਂਦੀ ਹੈ। ਉੱਥੇ ਰਹਿਣ ਵਾਲਾ ਸ਼ਖਸ ਜਿਹੜਾ ਆ, ਉਸ ਨੂੰ ਹੁਣ ਠੱਗ ਨਹੀਂ ਕਿਹਾ ਜਾ ਸਕਦਾ, ਕਾਤਲ ਨਹੀਂ ਕਿਹਾ ਜਾ ਸਕਦਾ, ਉਹ ਧਰਮੀ ਬੰਦਾ ਬਣ ਚੁੱਕਾ ਹੈ। ਉਸ ਬੀਤੀ ਰਾਤ ਦੇ ਵਿੱਚ ਹਾਂ ਉਹ ਘੜੀਆਂ ਆਈਆਂ, ਉਹ ਪਲ ਆਏ, ਜਿਨ੍ਹਾਂ ਪਲਾਂ ਦੇ ਵਿੱਚ ਸ਼ਬਦ ਨੇ ਕਮਾਲੇ ਕਰਾਮਾਤ ਕੀਤੀ। ਅਸੀਂ ਜੇ ਲਿਟਰਲੀ ਤੌਰ 'ਤੇ ਇਸ ਚੀਜ਼ ਨੂੰ ਪੜ੍ਹੀਏ ਤਾਂ ਪਤਾ ਇਹ ਲੱਗਦਾ ਹੈਗਾ ਕਿ ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹੜਾ ਕਾਲ ਤੇ ਕਰਤਾ ਆ, ਇਹ ਸਾਡੇ ਕਿਸੇ ਤੋਂ ਵੀ ਦੂਰ ਨਹੀਂ ਗਾ। ਕਰਤਾ ਸਿਰਜਣ ਵਾਲਾ, ਕਾਲ ਢਾਣ ਵਾਲਾ, ਇਹ ਰੂਪ ਕੁਦਰਤ ਦੇ ਹੀ ਨੇ। ਕੁਦਰਤ ਹੀ ਬਣਾ ਰਹੀ ਹੈ, ਕੁਦਰਤ ਹੀ ਢਾ ਰਹੀ ਹੈ।
ਸਾਡੇ ਸਾਰਿਆਂ 'ਚ ਪੋਸੀਬਿਲਿਟੀ ਹੈ, ਅਸੀਂ ਬਹੁਤ ਚੰਗੇ ਵੀ ਹੋ ਸਕਨੇ ਹਾਂ, ਬੜੇ ਮਾੜੇ ਵੀ ਹੋ ਸਕਨੇ ਹਾਂ। ਸਾਡੇ ਸਾਰਿਆਂ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਪੋਟੈਂਸ਼ੀਅਲ ਪਈ ਹੈ। ਅਸੀਂ ਚਾਹੀਏ ਆਪਣੀ ਆਤਮਿਕ ਤੌਰ 'ਤੇ ਉਸਾਰੀ ਵੀ ਕਰ ਲਈਏ, ਚਾਹੀਏ ਆਤਮਿਕ ਤੌਰ 'ਤੇ ਬਰਬਾਦੀ ਵੀ ਕਰ ਲਈਏ। ਸਭ ਕੋ ਕਾਲ ਸਭਨ ਕੋ ਕਰਤਾ। ਤੇ ਫਿਰ ਜਿਹੜਾ ਸਾਰ ਤੱਤ ਆ ਕੁਦਰਤ ਦਾ, ਜਿਹਨੂੰ ਕਹਿ ਲਓ ਕਿ ਉਹ ਜਵਾਲਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਡਿਵਾਈਨ ਐਬਿਲਿਟੀ, we are all carrying all the time, that is not away from us, as this particular line itself is telling us। क्या रोग सोग दोखन को हरता, ਰੋਗ ਸੋਗ ਦੋਖ ਜਿਹਨੇ ਹਰਨੇ ਨੇ ਉਹ ਵੀ ਸ਼ਕਤੀ ਨਾਲ ਹੈ ਸਾਡੇ, ਉਹ ਵੀ ਦੂਰ ਨਹੀਂ ਕਿਤੇ। ਅੱਜ ਅਸੀਂ ਹੋਲਿਸਟਿਕ ਹੀਲਿੰਗ ਪ੍ਰੋਗਰਾਮਸ ਦੇਖਦੇ ਹੈਗੇ ਆ, ਜਿਹੜੀ ਖਾਸ ਕਰਕੇ ਅਲਟੀਮੇਟ ਥੈਰੇਪੀਜ਼ ਦੇ ਅੰਦਰ ਆ ਰਿਹਾ ਹੈਗਾ, ਕਿਉਂਕਿ ਅੱਜ ਤੇ ਦੁਨੀਆ ਨਵੀਂ ਰੂਪ 'ਚ ਆ ਗਈ ਹੈ ਨਾ। ਐਜੂਕੇਸ਼ਨਲ ਸਾਈਡ ਤੋਂ ਬੜੀ ਡਾਇਵਰਸਡ ਪਿਕਚਰ ਬਣ ਗਈ ਹੈ ਸਾਡੀ। ਹਰ ਜਗ੍ਹਾ 'ਤੇ ਮੰਨਿਆ ਜਾ ਰਿਹਾ ਕਿ ਜਸਟ ਇੱਕ ਹੀ ਪੈਥੀ ਹੈ, ਇੱਕ ਹੀ ਥੈਰੇਪੀ ਨਹੀਂ ਹੈਗੀ ਦੁਨੀਆ ਦੇ ਵਿੱਚ। There are so many different way to help people in health field। ਉਹ ਭਾਵੇਂ ਫਿਜ਼ੀਕਲ ਹੈਲਥ ਹੈ, ਭਾਵੇਂ ਮੈਂਟਲ ਹੈਲਥ ਹੈ, ਅਤੇ ਉਹਦੇ ਵਿੱਚ ਡਾਇਵਰਸਿਟੀ ਜਿਹੜੀ ਹੈ, ਜਿੰਨਾ ਉਹਨੂੰ ਐਕਸੈਪਟ ਕਰ ਲਿਆ ਗਿਆ ਆ। ਹੁਣ ਇਮਿਊਨਿਟੀ ਦੀ ਇਕੱਲੀ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਕਦੀ ਜਿਹੜਾ ਹੈਗਾ ਅਟੈਂਸ਼ਨ ਪੇ ਨਹੀਂ ਸੀ ਕੀਤੀ ਆਪਣੀ ਸਾਊਥ ਏਸ਼ੀਅਨ ਕਿਚਨ ਨੂੰ, ਅੱਜ ਪਤਾ ਲੱਗ ਰਿਹਾ ਕਿੱਡੇ ਕਮਾਲ ਦੀ ਚੀਜ਼ ਆ। ਪੀਪਲ ਆਰ ਐਕਚੁਅਲੀ ਜਸਟ ਬਾਇੰਗ ਦ ਹੋਲ all those products which our generation have actually used, I think from thousands years। ਜਿਹਦੇ 'ਚ ਟਰਮਰਿਕ ਲੈ ਲਓ, ਹਲਦੀ, ਜਿਹਦੇ 'ਚ ਜਿੰਜਰ, ਅਦਰਕ ਲੈ ਲਓ, ਜਿਹਦੇ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੈਗੀ, ਜਿਹਦੇ 'ਚ ਲਹਿਸੁਨ ਲੈ ਲਓ, ਜਿਹੜਾ ਗਾਰਲਿਕ, ਜਿਹਦੇ ਅੰਦਰ ਜਿਹੜਾ ਹੈਗਾ ਬਲੈਕ ਪੈਪਰਸ ਲੈ ਲਓ। ਮਤਲਬ ਹਰ ਚੀਜ਼ ਕਿਹਾ ਜਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਸਤੇ ਨੇ, ਤੁਹਾਡੀ ਜਿਹੜੀ ਆਪਣੇ ਆਪ ਦੇ ਵਿੱਚ ਤੁਹਾਡੀ ਜਿਹੜੀ ਇਨਰ ਹੈਲਥ ਆ ਉਹਦੇ ਵਾਸਤੇ ਇਹ ਬਹੁਤ ਵਧੀਆ ਕਾਰਗਰ ਨੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਅੱਜ ਵੱਡੇ ਲੈਵਲ 'ਤੇ ਜਿਹੜਾ ਹੈਗਾ ਸਮਝ ਆ ਰਹੀ ਵੀ ਇਹ ਚੀਜ਼ਾਂ ਬੜੀਆਂ ਵਾਜਬ ਨੇ, ਬੜੀਆਂ ਕਾਰਗਰ ਨੇ। ਇਨ ਬਿਨ ਜਿਹੜੇ ਐਨਰਜੀ ਹੀਲਰਸ ਨੇ, ਜਿਹੜੇ ਹੋਲਿਸਟਿਕ ਹੀਲਿੰਗ ਪ੍ਰੋਗਰਾਮਸ ਵਿੱਚ, ਤਾਂ ਅੱਜ ਤੋਂ ਉਹਨਾਂ ਦਾ ਬੜਾ ਵੱਡਾ ਇੱਕ ਤਰ੍ਹਾਂ ਦਾ ਚਾਰ ਚੁਫੇਰੇ ਅਸੀਂ ਚਰਚਾ ਸਮਝਦੇ ਹਾਂ। ਅਤੇ ਉਹ ਕਹਿੰਦੇ ਨੇ ਕਿ ਹਰ ਚੀਜ਼ ਨੂੰ ਹੀਲ ਕਰਨ ਦਾ ਜਿਹੜੀ ਹੀਲਿੰਗ ਐਬਿਲਿਟੀ ਹੈ, ਇਹ ਬਾਹਰੋਂ ਨਹੀਂ ਆਉਂਦੀ, ਇਹ ਤੁਹਾਡੇ ਅੰਦਰ ਹੀ ਹੈ। ਕਈ ਵਾਰ ਉਹਦਾ ਬਟਨ ਔਨ ਹੁੰਦਾ, ਕਈ ਵਾਰੀ ਆਫ ਹੁੰਦਾ। ਜਦੋਂ ਉਹਦਾ ਬਟਨ ਆਫ ਆ, ਉਦੋਂ ਭਾਵੇਂ ਤੁਸੀਂ ਜੋ ਮਰਜ਼ੀ ਦਵਾਈਆਂ ਖਾਈ ਜਾਓ, ਜੋ ਮਰਜ਼ੀ, ਨਹੀਂ ਹੀਲ ਹੋ ਰਿਹਾ। ਜਦੋਂ ਔਨ ਹੋ ਗਿਆ ਤੇ ਇਟਸ ਆਲ ਡਿਪੈਂਡ ਟੂਵਰਡ ਯੂਰ ਥਾਟਸ। ਇਹ ਤੁਹਾਡੀ ਫਿਰ ਰਾਵਾਂ ਵਿਚਾਰਾਂ ਖਿਆਲਾਂ ਦੀ ਗੱਲ ਹੈ ਸਾਰੇ ਦੀ ਸਾਰੇ। ਮਤਲਬ ਇੱਥੇ ਹੀ ਮੇਰੇ ਸ਼ਹਿਰ 'ਚ ਸੱਜਣ ਹੈਗੇ ਨੇ, ਅਤੇ ਉਹ ਕੁਝ ਹਾਰਟ ਰਿਲੇਟਡ ਇਸ਼ੂ ਸੀਗਾ, ਕਾਰਡੀਅਲ ਇਸ਼ੂਸ ਚੱਲ ਰਹੇ ਸੀਗੇ। ਅਤੇ ਬੰਦਾ ਕਈ ਵਾਰੀ ਬਹੁਤ ਸਾਰੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ ਫੈਮਲੀਜ਼ ਦੀਆਂ, ਅਤੇ ਇੱਕ ਸਰਟਨ ਏਜ ਵੀ ਹੁੰਦੀ ਹੈ, ਅਤੇ ਬੰਦਾ ਸੋਚਦਾ ਕਿ ਅਜੇ ਤਾਂ ਆਮ ਕੁਆਇਟ ਯੰਗ, ਹੈਲਥ ਵਾਈਜ਼ ਆਈ ਕੈਨ ਡੂ a lot of things. Somehow actually any kind of health issue occur in their lives, and due to that reason they get stuck. And especially once actually person is around 40 or 45 and any health issue occurs, especially from cardiac side, then definitely it can affect on their mental health too, because immature age ਆ ਹਾਲੇ, ਅਜੇ ਜਿਹੜਾ ਹੈਗਾ ਆ ਮਤਲਬ ਰਿਸਪੋਂਸੀਬਿਲਿਟੀਜ਼ ਬਹੁਤ ਹੁੰਦੀਆਂ ਨੇ ਫੈਮਲੀ ਦੀਆਂ, ਸਾਰਾ ਕੁਛ। ਖੈਰ ਉਹ ਸਾਰੇ ਨਾਲ ਜੋ ਕਾਰਡੀਅਲ ਦਾ ਇਸ਼ੂ ਸੀ ਉਹ ਤਾਂ ਸੀਗਾ ਹੀ, ਨੀਂਦ ਆਉਣੀ ਬੰਦ ਹੋ ਗਈ, ਹੋਰ ਬਹੁਤ ਸਾਰੇ ਇਸ਼ੂਜ਼ ਸ਼ੁਰੂ ਹੋ ਗਏ ਨਾਲ, ਅਤੇ ਦਵਾਈਆਂ ਵਗੈਰਾ ਲੈਣੀਆਂ ਸ਼ੁਰੂ ਕੀਤੀਆਂ। ਕੁਛ ਉਹਨਾਂ ਨੇ ਕਾਉਂਸਲਿੰਗ ਵਗੈਰਾ ਵੀ ਜਿਹੜੀ ਉਹਨਾਂ ਨੂੰ ਉਹਨੂੰ ਕਿਹਾ ਕਿ ਇਹਦੇ ਉੱਤੇ ਰੈਫਰੈਂਸਿਸ ਦਿੱਤੇ। ਉਹ ਕਰਦਿਆਂ ਕਰਾਉਂਦਿਆਂ ਕਿਤੇ ਮੇਰੇ ਨਾਲ
ਕਿਸੇ ਸੱਜਣ ਨੇ ਕਿਹਾ तो मैं जानता ਸੀਗਾ, ਮੁਲਾਕਾਤ ਹੋ ਗਈ ਕਿਤੇ, तो मैं क्या कोई ना मैं घर आवांगा। We actually sit together, कुछ गल्लां बातां होईयां, दसो की है, आ फिक्र चल रहा है, नींद नहीं आ रही, इस तरह हैल्थ डे बाई डे जा रही है, बस हम तो जा रहे हैं। मैं कहा जी गल ये है, मैडिकल रिपोर्ट्स तुहाड़ियां कुछ पढ़ियां ने मैं, तो उहदे अकॉर्डिंगली आई डोंट थिंक सो कि यू आर राइट दैट योर हेल्थ इज गोइंग अवे। Yes, there are some kind of issues, but all reports are saying you are quite healthy and you can come out of those issues. Second चीज़ जिहड़ी हैगी है वो ये कि तुहानूं नींद नहीं आ रही, तुहानूं फिकर लगा रहिंदा है, चिंतावां हुंदियां ने, इहदा कोई भी रिलेशनशिप तुहाडी इस बीमारी नाल नहीं हैगा। ये तो टोटली दो डिफरेंट इशूज़ ने, तुसीं दोनां नूं कोरिलेट करी जा रहे हो। बड़े बुनियादी तरीके ने इस तरीके बैठ के गल हुई। वो खैर बहुत सियाने बंदे, ऐसी गल नहीं, वो मैनू हस के कहिंदे भी तू मैनू मतलब ऐसे हौसला देने की गल कर रहे हैं कि वाकई च गल जिहड़ी हैगी है। मैं कहा जी मैं ईमानदारी नाल कह रहा, आई एम नॉट गिविंग यू एनी फेक इन्फॉर्मेशन। वट एवर आई कैन एक्चुअली रीड ओवर हेयर, आई कैन सी, दैट इज आई एम जस्ट प्रेजेंटिंग इन फ्रंट ऑफ यू। Otherwise, why should I lie? Why should I actually give you any wrong information? ठीक है जी। सो ਇਹਦਾ ਮਤਲਬ ਹੈ ਕਿ ਜਿਹੜੀ ਨੀਂਦ ਵਗੈਰਾ, ਮੈਂ ਕਹਿੰਦਾ ਕੋਈ ਸੰਬੰਧ ਨਹੀਂ ਇਹਦੇ ਨਾਲ। ਤੁਹਾਨੂੰ ਕੋਈ ਪੇਨ ਹੋ ਰਹੀ ਹੈ, ਤੁਹਾਨੂੰ ਕੋਈ ਕਿਸੇ ਕਿਸਮ ਦੇ ਨਾਲ ਕੋਈ ਮਤਲਬ ਫਿਜ਼ੀਕਲ ਸਾਈਡ ਤੋਂ ਇਸ਼ੂ ਆ, then definitely I can understand that you are not able to sleep. When nothing is happening toward your physical health, then why aren't you able to actually sleep? Due to stress. ਉਹ ਸਟ੍ਰੈਸ ਕੀ ਹੈ? ਸਟ੍ਰੈਸ ਇਹ ਹੈ ਕਿ ਪਤਾ ਨਹੀਂ ਕੀ ਬਣੇਗਾ, ਕੀ ਹੋਏਗਾ, ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਸਾਰੀਆਂ। ਕੁਝ ਉਹ ਦਵਾਈਆਂ ਵਗੈਰਾ ਸੀਗੀਆਂ ਤਾਂ ਉਹਨਾਂ ਖਾਣ ਤੋਂ ਡਰਦਾ ਵੀ ਨਹੀਂ ਮੈਂ ਨਹੀਂ ਖਾਣੀਆਂ, ਮੈਂ ਤੇ ਇਹਨਾਂ ਦਾ ਪੜ੍ਹਿਆ, ਇਹਨਾਂ ਦੇ ਸਾਈਡ ਇਫੈਕਟ ਬੜੇ ਨੇ, ਆਈ ਕੈਨ ਗੈਟ ਐਕਚੁਅਲੀ ਐਡਿਕਟ ਵਿਦ ਥੀਸ ਟੈਬਲੇਟਸ, ਦੈਟਸ ਵਾਈ ਆਈ ਐਮ ਨੋਟ ਟੇਕਿੰਗ। ਮੈਂ ਗੱਲ ਇਹ ਹੈ ਕਿ ਕੁਝ ਦਵਾਈਆਂ ਜਿਹੜੀਆਂ ਨੇ ਉਹ ਹੈਲਥ ਵਾਸਤੇ ਜ਼ਰੂਰੀ ਬਣੀਆਂ ਹੁੰਦੀਆਂ ਨੇ। ਸੋ ਇਹ ਤੁਹਾਡੀ ਹੈਲਥ ਨੂੰ ਥੋੜ੍ਹਾ ਸਟੀਮੂਲੇਟ ਕਰਨਗੀਆਂ ਵਕਤੀ ਤੌਰ 'ਤੇ, ਐਂਡ ਆਫਟਰ ਦੈਟ ਵਿਦ ਦ ਮੈਡੀਕਲ ਹੈਲਪ ਵੀ ਕੈਨ ਕਮ ਆਊਟ ਆਫ ਆਲ ਦੀਜ਼ ਮੈਡੀਸਨਸ ਈਜ਼ੀਲੀ, ਡੋਂਟ ਵਰੀ। ਸੋ ਇਸ ਕਿਸਮ ਦੀਆਂ ਕੁਛ ਗੱਲਾਂ ਹੋਈਆਂ ਸਾਡੀਆਂ, ਕੋਈ 2-2.5 ਘੰਟੇ ਦੀ ਸਾਰੀ ਕਨਵਰਸੇਸ਼ਨ ਹੋਈ। ਅਤੇ ਉਸ ਤੋਂ ਬਾਅਦ ਖੈਰ ਮੇਰਾ ਵੀ ਕਮਿਊਨਿਟੀ 'ਚ ਮੂਵ ਹੁੰਦਾ ਵੱਡੇ ਲੈਵਲ 'ਤੇ, तो मैं भी काफ़ी जोड़ा है इस गलों अवेयर नहीं सीगा कि बात च की होया की नहीं। वो मैनू कोई 2 हफ्ते बाद मिले तो मैं क्या हाँ भी नाउ हाउ इज़ थिंग्स गोइंग ऑन, किद्दां चल रहा सब। तो मैनू गलवकड़ी पा के ते कहिंदे भी गल इस तरह आ भी दैट वाज रियली गुड। कहिंदे पहली गल तो भी उस रात ही नींद आ गई, वाह दैट्स रियली गुड थिंग। उस तो बाद लगातार जोड़ा आ हफ्ते के ਵਿੱਚ बड़ी इंप्रूवमेंट हुई। ਹੁਣ ਕਹਿੰਦੇ ਕਿ ਮੈਨੂੰ ਡਾਕਟਰ ਨੇ ਕਿਹਾ ਵੀ ਤੂੰ ਵਾਕ ਕਰਿਆ ਕਰ। ਮੈਨੂੰ ਉਦੋਂ ਵੀ ਕਿਹਾ ਸੀਗਾ, ਤੁਹਾਨੂੰ ਦੱਸਿਆ ਸੀਗਾ, ਉਦੋਂ ਮੈਨੂੰ ਕਹਿੰਦਾ ਮੇਰਾ ਵਾਕ ਕਰਨ ਨੂੰ ਜੀ ਨਹੀਂ ਕਰਦਾ। ਕਹਿੰਦੇ ਵੀ ਅੱਜ ਸਵੇਰ ਦੀ ਗੱਲ ਤੁਹਾਨੂੰ ਦੱਸਦਾ ਵੀ ਮੈਂ ਵਾਕ ਕਰਨ ਵਾਸਤੇ ਗਿਆ, ਪਰ ਮੇਰਾ ਜੀ ਵਾਕ ਕਰਨ ਨੂੰ, ਮੇਰਾ ਜੀ ਭੱਜਣ ਨੂੰ ਕਰੇ। ਮੈਂ ਕਰਾਂ ਵੀ ਮੈਂ ਰੇਸ ਲਾਵਾਂ, ਬਟ ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਢੱਕਿਆ। ਮਤਲਬ ਦੈਟ ਕਾਈਂਡ ਆਫ ਐਨਰਜੀ ਆਈ ਕੈਨ ਫੀਲ ਇਨਸਾਈਡ। ਇਹ ਕੀ ਹੈ? ਜਸਟ ਤੁਹਾਡੇ ਅੰਦਰ ਥਾਟਸ ਨੇ, ਕੁਛ ਨਹੀਂ ਹੈਗਾ। ਤੁਹਾਡੀਆਂ ਰਾਵਾਂ ਨੇ, ਤੁਹਾਡੇ ਖਿਆਲ ਨੇ, ਤੁਹਾਡੇ ਉਹ ਸਭ ਚੀਜ਼ਾਂ ਨੇ। ਅੱਜ ਇਸ ਨੂੰ ਜਿਹਨੂੰ ਮੈਂ ਬੇਨਤੀ ਕੀਤੀ ਵੀ ਰੋਗ ਸੋਗ ਦੋਖਨ ਕੋ ਹਰਦਾ, ਉਹ ਸ਼ਕਤੀ ਵਿੱਚ ਹੀ ਪਈ ਹੈ, ਰੋਗਾਂ ਨੂੰ ਹਰਨ ਵਾਲੀ, ਦੋਖਾਂ ਨੂੰ, ਸੋਗਾਂ ਨੂੰ, ਹਰ ਚੀਜ਼ ਨੂੰ। ਅਸੀਂ ਕਿਉਂ ਨਹੀਂ ਉਹਦੇ ਨਾਲ, ਫਿਰ ਸਾਡੀ ਸਾਂਝ ਕਿਉਂ ਨਹੀਂ ਬਣਦੀ? ਜਿਹੜਾ ਉਹ ਬਚਨ ਮੈਂ ਕਹਿ ਰਿਹਾ ਸੀਗਾ, ਏਕ ਚਿੱਤ ਜਿਹ ਇੱਕ ਛਿਨ ਦਿਹਾਇਓ, ਆਹ ਨਹੀਂ ਬਣਦੇ, ਅਲਾਇਨ ਨਹੀਂ ਹੁੰਦੀ ਚੀਜ਼। ਉਹ ਛਿਨ ਦੇ ਵਿੱਚ ਚਿੱਤ ਨਹੀਂ ਹੁੰਦਾ, ਜਿੱਥੇ ਚਿੱਤ ਹੈ ਉੱਥੇ ਉਹ ਸਮਾਂ ਉਸ ਰੂਪ ਵਿੱਚ ਜਿਹੜਾ ਹੈਗਾ। ਹੁਣ ਸਪੋਜ਼ ਕਰੋ ਐਟ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਅਸੀਂ ਕੁਛ ਕਰ ਰਹੇ ਹਾਂ, ਮਨ ਰੂਪ ਸ਼ਕਤੀ ਨਹੀਂ ਹੈਗੀ ਉੱਥੇ। ਫਿਰ ਜਿੱਥੇ ਕਿਤੇ ਲੋੜ ਪਏਗੀ, ਕਿਉਂਕਿ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਅਤੇ ਜਦੋਂ ਜ਼ਰੂਰਤ ਪਏ ਉਦੋਂ ਟੂਲ ਹੀ ਨਾ ਲੱਭਿਓ। ਘਰ ਦੇ ਵਿੱਚ ਤੁਸੀਂ ਕੋਈ ਟੂਲ ਲਿਆ ਕੇ ਰੱਖਿਆ ਹੋਏ ਵੀ ਜਦੋਂ ਲੋੜ ਪੈ ਗਈ ਆਪਾਂ ਇਹਨੂੰ ਯੂਜ਼ ਕਰਾਂਗੇ। ਸਪੋਜ਼ ਕਰੋ ਤੁਸੀਂ ਟਾਰਚ ਹੀ ਲਿਆਂਦੀ ਹੈ, ਐਂਡ ਸਮ ਹਾਓ ਐਟ ਨਾਈਟ ਟਾਈਮ ਯੂ ਨੀਡ ਇਟ,
but that time you're not able to find out it. Then what is actually used to buy all stuff which you're not able to get when you really need them? Exact ਇਹੋ ਚੀਜ਼ ਆਪਣੇ ਅੰਦਰ ਝਾਤ ਮਾਰ ਕੇ ਦੇਖ। ਹੁਣ ਬਾਣੀ ਆਮ ਹਾਲਤਾਂ 'ਚ ਪੜ੍ਹੀ ਜਾਂਦੀ, ਆਮ ਦਿਨਾਂ ਦੇ ਵਿੱਚ ਜਦੋਂ ਕਿਤੇ ਕੋਈ ਸਿਚੁਏਸ਼ਨ ਅਕਰ ਕਰੇ ਉਦੋਂ ਬਾਣੀ ਹੈਲਪ ਕਰਦੀ ਤੁਹਾਡੀ, ਉਦੋਂ ਮਦਦ ਕਰਦੀ ਤੁਹਾਡੀ। ਬੰਦਾ ਇਹ ਸੋਚਦਾ ਵੀ ਜਿਵੇਂ ਕਿਤੇ ਆਪਾਂ ਪਹਿਲਾਂ ਵਿਚਾਰਿਆ ਸੀਗਾ ਇਹਦੇ ਉੱਤੇ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੀ ਜੈਸੇ ਕਰ ਲਾਗੈ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਆ। ਉਹ ਕਹਿੰਦੇ ਉੱਧਰੋਂ ਘਰ ਨੂੰ ਅੱਗ ਲੱਗ ਜਾਏ ਅਤੇ ਉੱਧਰੋਂ ਬੰਦਾ ਖੂਹ ਪੱਟਣ ਲੱਗ ਜਾਏ ਵੀ ਆਪਾਂ ਹੁਣ ਖੂਹ ਪੱਟ ਕੇ ਪਾਣੀ ਕੱਢ ਕੇ ਤੇ ਬੁਝਾਉਂਦੇ ਹਾਂ, ਭਾਈ ਫਿਰ ਨਹੀਂ ਕੰਮ ਕਰਦਾ। ਖੂਹ ਤੇ ਪਹਿਲਾਂ ਪੱਟਣਾ ਪਏਗਾ। ਜੋ ਤੁਹਾਡੀ ਰਿਲੇਸ਼ਨਸ਼ਿਪ ਆ ਉਹੋ ਜਿਹੇ ਵਿਚਾਰਾਂ ਖਿਆਲਾਂ, ਉਹੋ ਜਿਹੀ ਸੰਗਤ, ਉਹੋ ਜਿਹੀ ਸੋਚ ਦੇ ਨਾਲ ਇਹ ਤਾਂ ਪਹਿਲਾਂ ਤੋਂ ਬਿਲਡ ਕਰਨੀ ਪਏਗੀ। ਇਨਵੈਸਟਮੈਂਟ ਲਗਾਤਾਰ ਹੁੰਦੀ ਹੈ, ਲਗਾਤਾਰ। ਫਿਰ ਜਦੋਂ ਕਿਤੇ ਉਹੋ ਜਿਹੀ ਲੋੜ ਪਏ ਫਿਰ ਤੁਹਾਡੇ ਕੋਲ ਉਹ ਚੀਜ਼ ਹੁੰਦੀ, ਉਹ ਸੋਰਸ ਹੁੰਦਾ ਆ ਜਿਹਦੇ ਨਾਲ ਤੁਸੀਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ ਡੀਲ ਕਰ ਸਕਦੇ ਹੋ। ਇਹ ਜਿਹੜੀ ਚੀਜ਼ ਆ, ਮਤਲਬ ਤੁਸੀਂ ਅੱਖਾਂ ਨਾਲ ਅਸੀਂ ਗੱਲਾਂ ਵਿਚਾਰ ਪੜ੍ਹਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਹੌਲੀ ਹੌਲੀ ਸੁਰਤ ਵਿੱਚ ਉਹਨੂੰ ਪ੍ਰੋਸੈਸ ਕਰਦੇ ਹਾਂ। ਇਹ ਤਰੀਕਾ ਆ ਜਿਹੜੀ ਮਿਹਨਤ ਕੀਤੀ ਅੰਤਹਿਕਰਨ। ਹਰ ਇੱਕ ਖੇਤਰ ਦਾ ਆਪਣਾ ਕੰਮ ਆ। ਜਿਵੇਂ ਇੰਦਰੀਆਂ ਦੀ ਬਾਤ ਹੋ ਰਹੀ ਸੀਗੀ, ਜੋ ਹੱਥਾਂ ਦਾ ਕੰਮ ਹੈ ਪੈਰ ਨਹੀਂ ਕਰ ਸਕਦੇ, ਜੋ ਪੈਰਾਂ ਦਾ ਕੰਮ ਹੈ ਹੱਥ ਨਹੀਂ ਕਰ ਸਕਦੇ, ਜੋ ਕੰਨਾਂ ਦਾ ਕੰਮ ਹੈ ਮੂੰਹ ਨਹੀਂ ਕਰ ਸਕਦਾ, ਜੋ ਮੂੰਹ ਦਾ ਕੰਮ ਹੈ ਕੰਨ ਨਹੀਂ ਕਰ ਸਕਦੇ। ਸੋ ਐਗਜ਼ੈਕਟਲੀ ਜਿਹੜੀ ਇਕਾਗਰਤਾ ਆ, ਜਿਹੜੀ ਕੰਸਨਟ੍ਰੇਸ਼ਨ ਆ, ਇਹ ਪਹਿਲਾ ਲੈਵਲ ਆ। ਇਹਨੂੰ ਕਹਿ ਲਓ ਪ੍ਰਾਇਮਰੀ ਸਾਡੀ ਰਿਕੁਆਇਰਮੈਂਟ ਆ ਸਾਡੀ ਸਪਿਰਿਚੁਅਲ ਬੈਟਰਮੈਂਟ ਵਾਸਤੇ। ਜੇ ਬੰਦਾ ਅਟੈਂਟਿਵ ਲਿਸਨਰ ਹੀ ਨਹੀਂ ਹੈਗਾ ਤਾਂ ਡੈਫੀਨੇਟਲੀ ਅਗਲੀਆਂ ਚੀਜ਼ਾਂ ਤੇ ਕਿੱਥੋਂ ਉਹਨੂੰ ਜਿਹੜਾ ਹੈਗਾ ਗ੍ਰੈਬ ਹੋਣਗੀਆਂ। ਇਸ ਲਈ ਸਾਡੇ ਘਰ ਦੇ ਜਪਜੀ ਸਾਹਿਬ ਹੀ ਪੜ੍ਹੋ ਤੁਸੀਂ, ਮਤਲਬ ਸੁਣਿਆ ਤੇ ਕਿੰਨੀ ਤਰਜੀਹ ਦਿੱਤੀ ਗਈ ਹੈ। ਕਿਆ ਦੇਖ ਤੂੰ ਸਿੱਧ ਹੋਣਾ ਹੈ, ਤੂੰ ਪੀਰ ਹੋਣਾ ਹੈ, ਤੂੰ ਸੁਰ ਹੋਣਾ ਹੈ, ਤੂੰ ਨਾਥ ਹੋਣਾ ਹੈ, ਜੋ ਚਾਹੇ ਹੋ ਸਕਦਾ। ਦੇਰ ਆਰ ਪੋਸੀਬਿਲਿਟੀਜ਼ ਬਟ ਯੂ ਹੈਵ ਟੂ ਪੇ ਅਟੈਂਸ਼ਨ ਟੂਵਰਡ ਸੁਣਿਆ ਸਿੱਧ ਪੀਰ ਸੁਰਨਾਥ। ਤੂੰ ਧਰਤੀ ਦੀ, ਧਵਲ ਦੀ, ਆਕਾਸ਼ ਦੀ, ਜਿਹਦੀ ਚਾਹੇ ਇਨਫੋਰਮੇਸ਼ਨ ਗੈਦਰ ਕਰ ਸਕਦਾ, ਉਹਨੂੰ ਅੰਡਰਸਟੈਂਡ ਕਰ ਸਕਦਾ ਹੈ। ਪਰ ਇਹ ਹੋਏਗਾ ਕਿਵੇਂ? ਸੁਣਿਆ ਧਰਤ ਧਵਲ ਆਕਾਸ਼। ਇਸ ਕੰਡੀਸ਼ਨ ਨੂੰ ਫੁਲਫਿਲ ਕਰਨ ਦੇ ਨਾਲ ਅੱਜ ਗੱਲ ਮੰਨੀ ਜਾਏ, ਜਿਵੇਂ ਸਰ ਲੈ ਲਓ ਇਸ ਲੈਵਲ 'ਤੇ ਡੇਲ ਕਾਰਨੇਗੀ ਬੜਾ ਵੱਡਾ ਜਿਹੜਾ ਇੱਕ ਕਮਿਊਨੀਕੇਸ਼ਨ ਸਿਖਾਉਣ ਵਾਲਾ ਲੋਕਾਂ ਨੂੰ ਸਕਾਲਰ ਬੰਦਾ ਸੀਗਾ। ਅਤੇ ਉਸਨੇ ਕਈ ਵਾਰ ਬਾਤ ਦੱਸੀ। ਉਹ ਕਹਿੰਦਾ ਹੈ ਤੁਹਾਡੇ ਕੋਲ ਬੀਜ ਵਧੀਆ ਤੋਂ ਵਧੀਆ ਆ, ਉਸ ਬੀਜ ਨੂੰ ਪੈਦਾ ਕਰਕੇ, ਉਸ ਬੀਜ ਦੀ ਜਿਹੜੀ ਹੈਗੀ ਹੈ ਸੋਇੰਗ ਕਰਕੇ, ਉੱਥੋਂ ਬੜੀ ਵਧੀਆ ਕਰੋਪ ਪੈਦਾ ਕਰਕੇ, ਬੜੀ ਵਧੀਆ ਹਾਰਵੈਸਟਿੰਗ ਦੇ ਨਾਲ ਤੁਸੀਂ ਬੜੀ ਪ੍ਰੋਸਪੈਰਿਟੀ ਜਨਰੇਟ ਕਰਨਾ ਚਾਹੁੰਦੇ ਹੋ। ਇਹ ਤੁਹਾਡੀ ਇੰਟੈਂਸ਼ਨ ਹੈਗੀ ਹੈ। ਜ਼ਮੀਨ ਵੀ ਵਧੀਆ ਆ, ਬੀਜ ਵੀ ਵਧੀਆ ਆ, ਤੁਹਾਡੀ ਇੰਟੈਂਸ਼ਨ ਵੀ ਬੜੀ ਵਧੀਆ ਨੇਕ ਆ, ਪਰ ਫਿਰ ਵੀ ਚੰਗੀ ਫਸਲ ਪੈਦਾ ਹੋਏ ਇਹ ਜ਼ਰੂਰੀ ਨਹੀਂ। ਉਹ ਕਹਿੰਦੇ ਰੀਜ਼ਨ ਇਹ ਹੈ ਜੇ ਤੁਹਾਨੂੰ ਉਸ ਬੀਜ ਨੂੰ ਜ਼ਮੀਨ ਦੇ ਨਾਲ ਕਲਟੀਵੇਟ ਕਰਨ ਦੀ ਜਾਂਚ ਨਾ ਆਈ, ਇਫ ਯੂ ਆਰ ਨੋਟ ਏਬਲ ਟੂ ਡੂ ਪ੍ਰੋਪਰ ਕਲਟੀਵੇਸ਼ਨ ਟੂਵਰਡ ਦ ਲੈਂਡ, ਦੈਨ ਜਿਹੜੀ ਪਲਾਂਟੇਸ਼ਨ ਹੈਗੀ ਹੈ ਉਹੀ ਨਹੀਂ ਪ੍ਰੋਪਰ ਹੋਣੀ। ਜਿਹੜੀ ਜ਼ਮੀਨ ਤਿਆਰ ਕਰਨੀ ਹੈ ਕਿਸਾਨ ਵਾਹ ਕੇ, ਬੜੀ ਬਣਾ ਕੇ ਫਿਰ ਬੀਜ ਪਾਉਂਦਾ ਉਹਦੇ ਵਿੱਚ। ਜਿਹੜੀ ਸਰੋਤ ਆ ਨਾ, ਇਹ ਅਸਲ 'ਚ ਉਸ ਜ਼ਮੀਨ ਦੀ ਕਲਟੀਵੇਸ਼ਨ ਹੈ ਸਾਰੇ ਦੀ ਸਾਰੀ। ਬੰਦਾ ਚੀਜ਼ਾਂ ਪੜ੍ਹਦਾ ਆ, ਸੁਣਦਾ ਆ, ਫਿਰ ਇੱਕ ਲੈਵਲ 'ਤੇ ਸਰੋਤ ਬਿਲਡ ਹੁੰਦੀ ਹੈ। ਫਿਰ ਉਹ ਸਰੋਤ ਸਹੀ ਚੀਜ਼ਾਂ ਫੜਨੀਆਂ ਸ਼ੁਰੂ ਕਰ ਦਿੰਦੀ ਹੈ। ਅਦਰਵਾਈਜ਼ ਜਿਵੇਂ ਘਰਾਂ ਥਾਵਾਂ ਦੇ ਵਿੱਚ ਆ, ਮੈਂ ਤਾਂ ਕਈ ਵਾਰੀ ਬਾਤ ਕਰਦਾ ਆ, ਬੱਚੇ ਨੂੰ ਤੁਸੀਂ ਕੋਈ ਅਕਲ ਦੀ ਗੱਲ ਸਿਖਾਉਣੀ ਹੈ, ਸਿਆਣੀ ਗੱਲ ਸਿਖਾਉਣੀ ਹੈ, ਅਤੇ ਇਹ ਥੋੜ੍ਹਾ ਤੁਸੀਂ ਆਵਾਜ਼ ਮਾਰੋਗੇ ਅਤੇ ਉਹਨੂੰ ਕਹੋਗੇ ਅੱਛਾ ਮੇਰੀ ਗੱਲ ਸੁਣ, ਗੁੱਸਾ ਨਹੀਂ ਕਰੀਦਾ ਬਸ, ਐਂਡ ਕਿਡ ਗੋਨਾ ਐਕਚੁਅਲੀ ਫੋਲੋ ਯੂਰ ਇੰਸਟਰਕਸ਼ਨਸ, ਫੋਰਗੈਟ ਅਬਾਊਟ ਇਟ। ਤੁਸੀਂ 10 ਵਾਰੀ ਦੱਸ ਲਓ, 50 ਵਾਰੀ ਦੱਸ ਲਓ, ਕੋਈ ਫਰਕ ਨਹੀਂ ਪਏਗਾ। ਤੁਹਾਨੂੰ ਉਹਦੇ ਵਾਸਤੇ ਉਹ ਜ਼ਮੀਨ ਵਾਹੁਣੀ ਪਏਗੀ, ਉਹਦੇ ਨਾਲ ਬੈਠ ਕੇ ਗੱਲ ਕਰਨ ਦਾ ਇਨਵਾਇਰਮੈਂਟ ਬਿਲਡ ਕਰਨਾ ਪਏਗਾ। ਉਹ ਕਿਵੇਂ ਹੋਏਗਾ? ਉਹਦੇ ਇੰਟਰਸਟ ਦੇਖੋ ਕੀ ਨੇ,
ਉਹ TV ਸ਼ੋਅ ਦੇਖਦਾ, ਨਾਲ ਬੈਠ ਕੇ ਦੇਖੋ। ਉਹ ਕੋਈ ਚੀਜ਼ ਪੜ੍ਹਦਾ, ਉਸ ਚੀਜ਼ ਨੂੰ ਨਾਲ ਪੜ੍ਹੋ, ਟਾਈਮ ਸਪੈਂਡ ਕਰੋ। ਹੌਲੀ ਹੌਲੀ ਕਰਕੇ ਉਹਦੇ ਲੈਵਲ 'ਤੇ ਆਓ, ਉਹਨੂੰ ਆਪਣੇ ਲੈਵਲ 'ਤੇ ਲਿਆਓ, ਇੱਕ ਬੈਲੈਂਸ ਬਣੇ ਉਸ ਤਰੀਕੇ ਨਾਲ। ਜਦੋਂ ਫਿਰ ਓਪਨਲੀ ਉਹ ਗੱਲ ਕਰੇ ਕਿਸੇ ਰੂਪ ਦੇ ਵਿੱਚ, ਕੋਈ ਸਿਚੁਏਸ਼ਨ ਡਿਸਕਸ ਕਰੇ, ਫਿਰ ਤੁਹਾਡੇ ਕੋਲ ਇੱਕ ਮੌਕਾ ਬਣ ਗਿਆ ਹੈਗਾ। ਤੁਸੀਂ ਉਹਨੂੰ ਦੱਸ ਸਕਦੇ ਹੈਗੇ ਹੋ ਕਿ ਸਨ or my daughter, you know, in this situation, this kind of behavior is inappropriate. We should adopt these kind of human tendencies, these kind of good deeds to deal these situations which are actually giving us some kind of anger, frustration. No, we can handle them if we have this approach toward these situations. ਹੁਣ ਇਹਦੇ ਨਾਲ ਕੀ ਹੈ, ਤੁਸੀਂ ਉਹਨੂੰ ਇੱਕ ਮੈਸੇਜ ਜਿਹੜਾ ਹੈ ਬਿਲਕੁਲ ਸਹੀ ਜਗ੍ਹਾ 'ਤੇ ਦੇ ਦਿੱਤਾ। ਹੁਣ ਉਹਨੂੰ ਉਹ ਪ੍ਰੋਸੈਸ ਕਰਨਾ ਸ਼ੁਰੂ ਕਰੇਗਾ। ਇਹ ਹੈ ਸਰੋਤ। ਬਕੌਲ ਮਸਕੀਨ ਜੀ ਗੱਲ ਕਰਦੇ ਨਾ, ਗੱਲ ਬਹੁਤੀ ਲੰਮੀ ਹੋ ਜਾਏਗੀ ਵੈਸੇ। ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਪਾਂ ਉੱਥੋਂ ਤੱਕ ਪਹੁੰਚਣਾ ਸੀਗਾ। ਉਹ ਕਹਿੰਦੇ ਹੁੰਦੇ ਸੀ ਕਿ ਇੱਕ ਬੜਾ ਵੱਡਾ ਸੰਗਤ ਦਾ ਇਕੱਠ ਆ, ਅਤੇ ਉਹਦੇ 'ਚ 1000 ਦੀ ਗਿਣਤੀ 'ਚ ਸੰਗਤ ਆ, 1000 ਦੀ ਗਿਣਤੀ 'ਚ ਉੱਥੇ ਇਕੱਠ ਆ। ਇਕੱਠ ਦੇ 'ਚ 1000 ਦੇ 1000 ਸਰੋਤੇ ਹੋਣ, ਇਹ ਜ਼ਰੂਰੀ ਨਹੀਂ। ਸਰੋਤਾ ਹਜ਼ਾਰਾਂ 'ਚ ਕੋਈ ਇੱਕ ਹੋਏਗਾ। ਇਹ ਬਹੁਤ ਔਖਾ ਹੈ ਕਹਿੰਦੇ ਸਰੋਤਾ ਹੋ ਜਾਣਾ। ਕਿਸੇ ਚੀਜ਼ ਨੂੰ ਸੇਮ ਉਸੇ ਪਿੱਚ 'ਤੇ, ਜਿਸ ਪਿੱਚ 'ਤੇ ਦੱਸਿਆ ਜਾ ਰਿਹਾ ਉਸੇ ਪਿੱਚ 'ਤੇ ਕੋਈ ਪਰਸੀਵ ਕਰਨ ਲੱਗ ਜਾਏ, that is a highest ability we can actually have as a human being. ਉਹ ਕਹਿੰਦੇ ਜੇ ਕਿਤੇ 1000 ਸਰੋਤਾ ਆ ਜਾਏ, ਫਿਰ 1000 ਦਾ 1000 ਸਰੋਤਾ ਜਿਹੜਾ ਆ ਉਹ ਜਗਿਆਸੂ ਬਣ ਜਾਏ, ਇਹ ਜ਼ਰੂਰੀ ਨਹੀਂ। ਸਰੋਤ ਤੋਂ ਅਗਲੀ ਚੀਜ਼ ਹੈ ਕਿ ਉਹ ਜਿਹੜੀ ਚੀਜ਼ ਅੰਦਰ ਗਈ ਸੀਗੀ ਉਹ ਇੱਕਦਮ ਪ੍ਰਜਵਲਿਤ ਹੋਣੀ ਸ਼ੁਰੂ ਹੋ ਗਈ। ਜਗਿਆਸਾ, ਬੰਦਾ ਕਿਊਰੀਅਸ ਹੋ ਗਿਆ ਟੂ ਅਟੇਨ, ਟੂ ਗੇਨ ਸਮਥਿੰਗ ਐਟ ਏ ਨੈਕਸਟ ਲੈਵਲ। ਹੁਣ ਆਹ ਜਿਹੜੀ ਚੀਜ਼ ਆ, ਇਹ ਉਸ ਤੋਂ ਅਗਲਾ ਪੜਾਅ ਆ। ਫਿਰ ਅਗਲੇ ਸਟੈਪ ਬਾਏ ਸਟੈਪ ਕਰਦੇ ਜਾਂਦੇ ਹੋ। ਮੈਂ ਜਿਹੜੀ ਬੇਨਤੀ ਕਰ ਰਿਹਾ ਹੁਣ ਇੱਥੇ, ਸਰੋਤ ਨਹੀਂ ਆਉਂਦੀ। ਜਦੋਂ ਸਰੋਤ ਨਹੀਂ ਆਉਂਦੀ ਤਾਂ ਫਿਰ ਬੰਦਾ ਕਹਿੰਦਾ ਪਤਾ ਨਹੀਂ, ਬਾਣੀ ਪੜ੍ਹੀ ਦੀ ਤੇ ਹੈ, ਕੋਈ ਅਸਰ ਹੁੰਦਾ ਤੇ ਹੈ ਨਹੀਂਗਾ। ਮੈਂ ਤੇ ਕਿਹਾ ਦੁਲੰਬੇ ਦੀ ਧਰਤੀ ਤੇ ਇੱਕ ਸ਼ਬਦ ਪੜ੍ਹਿਆ, ਕਮਾਲੇ ਕਰਾਮਾਤ ਹੋ ਗਈ। ਸੱਜਣ ਸ਼ੇਖ ਨੂੰ ਇਹ ਪਤਾ ਲੱਗ ਗਿਆ, ਨਾਮ ਸੱਜਣ ਰੱਖਣ ਨਾਲ ਸੱਜਣ ਕੋਈ ਨਹੀਂ ਹੁੰਦਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਉਹ ਸੱਜਣ ਉਹ ਚੀਜ਼ਾਂ ਜਿਹੜੀਆਂ ਨਾਲ ਚੱਲਣੀਆਂ ਨੇ, ਕਦੀ ਧਿਆਨ ਦਿੱਤਾ ਹੀ ਉਹਦੇ ਵੱਲ? ਸਮਾਨ ਤੇ ਨਹੀਂ ਚੱਲਣਾ ਨਾਲ, ਪਦਾਰਥ ਤੇ ਨਹੀਂ ਨਾਲ ਚੱਲਣੇ। ਚੱਲੇਗਾ ਕੀ ਚੱਲੇਗਾ? ਇਹ ਜੀਵਨ ਕਿਵੇਂ ਜੀਆ ਹੈ? ਕਿਸੇ ਦੀਆਂ ਦੁਆਵਾਂ ਲਈਆਂ ਨੇ ਕਿ ਬਦ ਦੁਆਵਾਂ ਲਈਆਂ ਨੇ? ਸਮਾਨ ਕੀ ਇਕੱਠਾ ਕੀਤਾ ਹੀ ਅਸਲ ਵਿੱਚ? ਆਪਣੀ ਰੂਹ ਵਾਸਤੇ। ਕਿਸੇ ਦੀ ਹੰਝੂ ਤੇਰੀ ਝੋਲੀ 'ਚ ਪਏ ਨੇ ਜਾਂ ਕਿਸੇ ਦੇ ਹਾਸੇ ਪਏ ਨੇ? ਦੇਖ ਇਹਦੇ ਵੱਲ। ਵਟ ਯੂ ਹੈਵ ਅਰਨਡ ਅੰਟਿਲ ਨਾਓ, ਟਰਾਈ ਟੂ ਪੇ ਅਟੈਂਸ਼ਨ। ਉਹ ਜਦੋਂ ਆਪਣਾ ਦਾਮਨ ਵੇਖਦਾ, ਮਤਲਬ ਆਪਣੇ ਅੰਦਰ ਝਾਤ ਮਾਰਦਾ, ਉਹ ਕਹਿੰਦਾ ਓ ਹੋ ਦੁਨੀਆ ਭਰ ਦੇ ਗੁਨਾਹਾਂ ਦੀ ਪੰਡ ਇਕੱਠੀ ਕਰ ਲਈ ਮੈਂ ਤੇ। ਜਿਹਨੂੰ ਮਹਾਰਾਜ ਦੀ ਬਾਣੀ ਕਹ ਨਾਨਕ ਔਗੁਣ ਜਿੱਤੜੇ 33 ਗਲੀ ਜੰਜੀਰ। ਓਏ ਹੋਏ ਹੋਏ, ਇੰਨੀਆਂ ਜੰਜੀਰਾਂ, ਇੰਨੀਆਂ ਫਾਈਆਂ ਫਸਾ ਲੀਆਂ ਗਲ ਦੇ 'ਚ, ਕਿਵੇਂ ਛੁੱਟਾਂਗਾ? ਸੋਚਿਆ ਜਿਹਨੇ ਸ਼ੀਸ਼ਾ ਵਿਖਾਇਆ ਹੈ, ਇਹ ਮਹਾਂਪੁਰਖੇ ਹਸਤੀ ਅੱਜ ਇੱਥੇ ਆਈ ਏ, ਇਹਦੇ ਹੀ ਪੈਰ ਫੜ ਲੈਣਾ। ਗੁਨਾਹਾਂ ਦੀਆਂ ਜੰਜੀਰੀਆਂ ਤੇ ਪਾਉਣੀਆਂ ਆਉਂਦੀਆਂ ਨੇ ਮੈਨੂੰ, ਗਲ ਦੇ ਵਿੱਚ ਕੱਟਣੀਆਂ ਨਹੀਂ ਆਉਂਦੀਆਂ। ਉਹ ਦਾਤਾ ਬਖਸ਼ ਕੇ ਜਾਏ, ਕਰ ਤਰਸ ਮੇਰੇ ਤੇ। ਮੈਂ ਤੇ ਸਮਾਨ ਹੀ ਉਹ ਇਕੱਠਾ ਕਰ ਲਿਆ ਜਿਹੜਾ ਸਵਾਏ ਡੋਬਣ ਤੋਂ ਹੋਰ ਕੁਝ ਕਰੇਗਾ ਹੀ ਨਹੀਂ। ਤੂੰ ਹੀ ਹੈ, ਤੂੰ ਬਚਾਏਂਗਾ ਮੈਨੂੰ। ਆਹ ਜਿਹੜੀ ਚੀਜ਼ ਆ, ਇਹ ਹੈ ਸਰੋਤ ਵਿੱਚੋਂ ਫਿਰ ਇੱਕ ਸੁਰਤ ਆਉਂਦੀ ਹੈ, ਅਵੇਅਰਨੈਸ, ਵਟ ਟੂ ਡੂ ਐਂਡ ਵਟ ਨਾਟ ਟੂ ਡੂ। ਆਹ ਨੈਕਸਟ ਹੈ। ਇੱਥੇ ਫਿਰ ਬੰਦਾ ਆਪਣੀ ਚੈੱਕਲਿਸਟ ਬਣਾਉਂਦਾ ਆਪ, ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ, ਮੈਂ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ। ਇਹ ਐਕਚੁਅਲ ਉਹ ਲੈਵਲ ਆ। ਫਿਰ ਇਹਦੇ ਅੰਦਰ ਇਹ ਹੁੰਦਾ ਹੈ ਮੈਂ ਆਪਣੇ ਅੰਦਰ ਕੀ ਰੱਖਣਾ ਤੇ ਕੀ ਨਹੀਂ ਰੱਖਣਾ। ਜਿਹੜੀ ਅੰਦਰ ਦੀ ਉਹ ਚਿੱਤ ਜਿਹੜਾ ਨਾ, ਚੇਤੇ 'ਚ ਜਿਹੜੀ ਚੀਜ਼ ਆ,
ਉਹਦੇ ਬਹੁਤ ਤੁਹਾਡੇ ਕੋਲ ਇੱਕ ਬੜਾ ਮਹੀਮ, ਬੜਾ ਜਿਹਨੂੰ ਕਿਹਾ ਜਾਏ ਪ੍ਰੀਸ਼ੀਅਸ ਸਪੇਸ ਆ, ਸਪੇਸ ਆਫ ਯੂਰ ਇਨਰ, what you want to actually display over there, ਤੁਸੀਂ ਉੱਥੇ ਕੀ ਰੱਖਣਾ ਚਾਹੁੰਦੇ ਹੋ। ਬੰਦਾ ਛੋਟੀਆਂ ਛੋਟੀਆਂ ਚੀਜ਼ਾਂ, ਮਤਲਬ ਕਿਸੇ ਦਾ ਕੋਈ ਕਿਸੇ ਨੇ ਗੱਲ ਕਹਿ ਦਿੱਤੀ, ਉਹਦੀ ਗੱਲ ਦਾ ਗੁੱਸਾ ਲੱਗ ਗਿਆ, ਉਹ ਅੰਦਰ ਰੱਖ ਕੇ ਬੈਠਾ ਹੈ, ਇਹ ਨਹੀਂ ਛੱਡਣਾ। 10 ਸਾਲ ਹੋ ਗਏ, 15 ਸਾਲ ਹੋ ਗਏ, 20 ਸਾਲ ਹੋ ਗਏ, ਉਹੀ ਰੱਖਿਆ ਚੇਤੇ, ਅੱਜ ਵੀ ਮੈਨੂੰ ਚੇਤੇ ਆ। ਬੱਲੇ ਬੰਦੇ, ਕੀ ਇਹ ਕੋਈ ਰੱਖਣ ਵਾਲੀ ਚੀਜ਼ ਸੀ? ਇਹਦੇ 'ਚ ਕੋਈ ਹੋਰ ਕੋਈ ਕਿਸੇ ਇਹੋ ਜਿਹੀਆਂ ਚੀਜ਼ਾਂ, ਹੁਣ ਇਹ ਚੀਜ਼ਾਂ ਕੀ ਕਰਨਗੀਆਂ, ਬਲਕਿ ਤੰਗ ਕਰਨਗੀਆਂ। ਜਦੋਂ ਕਿਤੇ ਦੁਬਾਰਾ ਫਿਰ ਕਿਤੇ ਰਿਲੇਸ਼ਨਸ਼ਿਪ ਬਣਾਉਣ ਦੀ ਗੱਲ ਆਏਗੀ, ਕਿਤੇ ਵਰਤਨ ਦੀ ਗੱਲ ਆਏਗੀ, ਉਹ ਚੀਜ਼ ਦੁਬਾਰਾ ਆ ਕੇ ਫਿਰ ਤੰਗ ਕਰੇਗੀ। ਇਹ ਸਮਾਨ ਸੱਟ ਪਰਾਂ, ਇਹ ਤੇ ਕੂੜ ਕਬਾੜਾ ਹੈ ਸਾਰੇ ਦਾ ਸਾਰਾ। ਚੇਤੇ 'ਚ ਉਹ ਚੀਜ਼ ਟਿਕਾ ਜਿਹੜੀ ਤੇਰੇ ਵਾਸਤੇ ਮਦਦਗਾਰ ਹੋਏ। ਚੇਤੇ 'ਚ ਟਿਕਾ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੈ, ਉਹਦੀ ਹੋਂਦ ਮੌਜੂਦ ਆ, ਉਹ ਬਖਸ਼ਣ ਵਾਲਾ ਆ, ਉਹਦੇ ਗੁਣ ਬੜੇ ਨੇ, ਉਹ ਦਇਆ ਦਾ ਸੋਰਸ ਆ। ਇਹੋ ਜਿਹੀਆਂ ਚੀਜ਼ਾਂ ਚਿੱਤ ਵਿੱਚ ਆ ਜਾਣ, ਲਗਾਤਾਰ ਬੈਠ ਜਾਣ। ਫਿਰ ਜਿੱਥੇ ਕਿਤੇ ਸਿਚੁਏਸ਼ਨ ਅਕਰ ਹੋਏਗੀ, ਬੰਦਾ ਉਹਨੂੰ ਡੀਲ ਕਰ ਸਕੇਗਾ। ਸੈਲਫ ਕੌਨਫੀਡੈਂਸ ਹਾਇਰ ਲੈਵਲ 'ਤੇ ਹੋਏਗਾ, ਕੋਲ ਧੀਰਜ ਹੋਏਗਾ, ਪੇਸ਼ੈਂਸ ਬਹੁਤ ਸਾਰਾ। ਬੀਤੇ ਕੱਲ੍ਹ ਹੀ ਮੇਰੀ ਕਿਸੇ ਸੱਜਣ ਨਾਲ ਬਾਤ ਹੋ ਰਹੀ ਸੀ, ਅਤੇ ਉਹ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ। He was struggling with some kind of actually relationship issues, and he was telling me, I'm getting prepared to forgive and also have zero expectation from my relations. Okay, but he was saying, I also actually have some worries. Today, I have in my mind, I'm actually totally committed to behave like that. But my main actually concerns are, I might forget in coming days. Then what's going to happen? How can actually keep these things in my mind all the time? Can you tell me any skill, any kind of method which I can use? Otherwise, there are possibilities. I might totally forget that I have promised to myself that I will follow this path. ਇਹ ਭਾਈ ਹੋ ਜਾਂਦਾ, ਬੰਦਾ ਤੁਰਦਾ ਕਿਤੇ ਆ, ਪਹੁੰਚ ਕਿਤੇ ਜਾਂਦਾ ਆ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਤੁਸੀਂ ਫਿਰ ਉਦਾਹਰਨਾਂ ਦੇਖੋ ਲਿਟਰੇਚਰ ਦੇ 'ਚ, ਬਾਣੀ ਦੇ 'ਚ, ਵੱਖਰੀ ਵੱਖਰੀ ਜਗ੍ਹਾ ਦੇ ਉੱਤੇ। ਮੈਂ ਕਹਿੰਦਾ ਇੱਕ ਮੈਥ ਦਾ ਬਹੁਤ ਵਧੀਆ ਵਿਦਿਆਰਥੀ ਹੈ, ਜਿਹੜਾ ਮੈਥ 'ਚ ਬੜਾ ਐਕਸਪਰਟ ਆ ਬੱਚਾ, ਅਤੇ ਉਹਨੂੰ ਤੁਸੀਂ ਇੱਕ ਕੁਐਸਚਨ ਪਾਓ, ਉਹਨੂੰ ਕਹੋ ਕਿ ਜਿਹੜਾ ਟਰਟਲ ਐਂਡ ਰੈਬਿਟ, ਦੇ ਆਰ ਗੋਇੰਗ ਟੂ ਪਰਫੋਰਮ ਏ ਰੇਸ, ਇੱਕ ਰੇਸ ਲਗਾਉਣਗੇ। ਉਹ ਦੋਨਾਂ ਨੇ ਇੱਕ ਸਰਟਨ ਕਿਲੋਮੀਟਰ ਦਾ ਡਿਸਟੈਂਸ ਹੈਗਾ, ਉਹ ਕਵਰ ਕਰਨਾ ਆ। ਜਿਹੜੀ ਰੈਬਿਟ ਦੀ ਸਪੀਡ ਆ ਪਰ ਆਵਰ ਜਾਂ ਪਰ ਜਿਹੜਾ ਮਿੰਟ, ਉਹ ਆ ਸਪੀਡ ਆ, ਬੜੀ ਹਾਇਰ ਸਪੀਡ, ਬੜੀ ਤੇਜ਼ ਭੱਜਦਾ ਖਰਗੋਸ਼ ਜਿਹੜਾ ਆ। ਜਿਹੜਾ ਟਰਟਲ ਆ, ਕਛੂਆ, ਉਹਦੀ ਸਪੀਡ ਜਿਹੜੀ ਹੈ, ਕਛੂ ਕੁਮਾ, ਉਹਦੀ ਬਹੁਤ ਸਲੋ ਆ, ਉਹਦੀ ਸਪੀਡ ਇੰਨੀ ਹੈਗੀ। ਇਹ ਦੋਨੋਂ ਸ਼ਰਤ ਲਗਾ ਕੇ ਰੇਸ ਲਗਾਉਂਦੇ ਨੇ। ਦੱਸੇਗਾ ਕਿਹੜਾ ਜਿੱਤੇਗਾ ਇਹਨਾਂ ਦੇ ਵਿੱਚੋਂ? ਬੱਚਾ ਮੈਥਮੈਟਿਕਸ ਲੈਵਲ 'ਤੇ ਕੈਲਕੂਲੇਸ਼ਨ ਕਰੇਗਾ, ਅਤੇ ਕੈਲਕੂਲੇਸ਼ਨ ਕਰਕੇ ਗਏਗਾ, ਯੈਸ ਰੈਬਿਟ ਗੋਨਾ ਦ ਵਿਨਰ। In our story, no, rabbit is the loser. Who is the winner? Turtle. ਕਛੂਆ ਜਿੱਤਦਾ ਆ, ਕਛੂ ਕੁਮਾ ਜਿੱਤਦਾ ਆ, ਖਰਗੋਸ਼ ਹਾਰ ਜਾਂਦਾ। ਰੀਜ਼ਨ ਕੀ ਹੈ? ਕਦੀ ਖਰਗੋਸ਼ ਨੂੰ ਭੱਜਦੇ ਨੂੰ ਦੇਖਿਆ ਜੇ? ਬੜੀ ਸਪੀਡ ਨਾਲ ਭੱਜੇਗਾ, ਥੋੜ੍ਹੀ ਦੂਰ ਜਾ ਖੜਾ ਹੋ ਕੇ ਆਲੇ ਦੁਆਲੇ ਦੇਖਣ ਲੱਗ ਜਾਏਗਾ। ਰੀਜ਼ਨ ਕੀ ਹੈ? ਜਿਹੜਾ ਉਹਦਾ ਅਟੈਂਸ਼ਨ ਸਪੈਮ ਹੈਗਾ ਆ, ਉਹ ਇਤਨਾ ਛੋਟਾ ਆ, ਉਹ ਥੋੜ੍ਹੀ ਦੂਰ ਜਾ ਕੇ ਭੁੱਲ ਜਾਂਦਾ ਹੈ ਮੈਂ ਕਿੱਧਰ ਜਾਣਾ ਸੀ।
ਜਿੰਨੇ ਨੂੰ ਦੁਬਾਰਾ ਯਾਦ ਆਉਂਦਾ ਵੀ ਉਹ ਮੈਨੂੰ ਮੇਰੇ ਪਿੱਛੇ ਕੋਈ ਲੱਗਾ ਸੀਗਾ, ਮੈਨੂੰ ਤੇ ਫਲਾਣੇ ਤੋਂ ਡਰ ਸੀ, ਮੈਂ ਤਾਂ ਭੱਜ ਰਿਹਾ ਸੀ, ਜਾਂ ਮੈਂ ਫਲਾ ਜਗ੍ਹਾ ਜਾਣਾ ਸੀਗਾ, ਉਨੀ ਦੇਰ ਤੱਕ ਸਿਚੁਏਸ਼ਨ ਬਦਲ ਚੁੱਕੀ ਹੁੰਦੀ ਹੈ। ਸਾਡੀ ਸਾਰਿਆਂ ਦੀ ਹਾਲਤ ਇਹ ਹੈ, ਵਾਰ-ਵਾਰ ਬੰਦਾ ਭੁੱਲੀ ਜਾਂਦਾ ਕੀ ਕਰਨਾ ਸੀ, ਕਿੱਧਰ ਜਾਣਾ ਸੀ, ਕਿਵੇਂ ਕਰਨਾ ਸੀਗਾ। ਇਸੇ ਲਈ ਸਾਨੂੰ ਕੁਝ ਚੀਜ਼ਾਂ ਨਿਤਨੇਮ ਵਿੱਚ ਪਾਈਆਂ ਗਈਆਂ, ਨਿਤਾ ਪ੍ਰਤੀ। We have to recite, repeat each and every day for ourselves, to give reminders, what is my path of life, what is the destiny for me. I'm here in this world for what kind of ਜਿਹੜਾ ਹੈਗਾ ਕਿਸ ਕਿਸਮ ਦੇ ਪਰਪਸ ਨੂੰ ਸਰਵ ਕਰਨ ਵਾਸਤੇ ਆਇਆ ਮੈਂ ਇੱਥੇ। ਮਹਾਰਾਜ ਕਹਿੰਦੇ ਜਿਹਨੂੰ ਇਹ ਚਿੱਤ ਵਿੱਚ ਇਹ ਚੀਜ਼ ਜਿਹੜੀ ਆ ਕੇ ਟਿਕ ਗਈ, ਇਹ ਚਿੱਤ ਦਾ ਕਾਰਜ ਆ, ਚੇਤੇ ਦੇ ਵਿੱਚ, ਯਾਦ ਵਿੱਚ, ਅਹਿਸਾਸ ਵਿੱਚ ਇਹ ਚੀਜ਼ ਪੱਕੀ ਉਸ ਤਰੀਕੇ ਦੇ ਨਾਲ ਜਿਹੜੀ ਹੈ ਕਾਰਵ ਹੋ ਗਈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਆਦ ਅੰਤ ਪ੍ਰਭ ਸਦਾ ਸਹਾਈ, ਫਿਰ ਉਹ ਸ਼ੁਰੂ ਤੋਂ ਅਖੀਰ ਤੱਕ ਬਿਲਕੁਲ ਸਹਾਈ ਹੈ। ਫਿਰ ਤੇ ਘਬਰਾਉਣ ਦੀ ਲੋੜ ਹੀ ਨਹੀਂ ਨਾ, ਕਿਉਂਕਿ ਸਾਂਝ ਇਤਨੀ ਪੀਡੀ ਬਣ ਗਈ, ਚਿੱਤ ਕਰਕੇ ਕਿਤੇ ਸੱਜੇ ਖੱਬੇ ਜਾਣਾ ਹੀ ਨਹੀਂ ਕਿਸੇ ਰੂਪ ਦੇ ਵਿੱਚ। ਉਹ ਜਿਹੜੀ ਚੀਜ਼ ਪੱਕੀ ਯਾਦ ਆ ਗਈ, ਪੱਕਾ ਅਹਿਸਾਸ ਹੋ ਗਿਆ। ਧਨ ਹਮਾਰਾ ਮੀਤ। ਅੱਗੇ ਦੁਨੀਆ ਦੇ ਸਾਥ ਛੁੱਟ ਜਾਂਦੇ ਨੇ, ਆਲਾ ਦੁਆਲਾ ਛੁੱਟ ਜਾਂਦਾ ਹੈ, ਪਰ ਇੱਕ ਐਸਾ ਸਾਥੀ ਹੈ ਜਿਹਨੇ ਕਦੀ ਵੀ ਨਹੀਂ ਛੱਡਣਾ। ਸਾਨੂੰ ਤੇ ਦੱਸਿਆ ਗਿਆ, ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਵੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਮਾਂ ਦਾ ਸਾਥ ਹੁੰਦਾ ਹੈ, ਪਿਤਾ ਦਾ, ਔਲਾਦ ਦਾ, ਭੈਣ ਭਰਾਵਾਂ ਦਾ, ਇਹੀ ਸਾਡੇ ਸਾਥੀ ਹੁੰਦੇ ਨੇ। ਪਰ ਜਿੱਥੇ ਕੋਈ ਵੀ ਨਾ ਰਹੇ, ਨਾ ਮਾਂ ਹੋਏ, ਨਾ ਪਿਤਾ ਹੋਏ, ਨਾ ਕੋਈ ਭਰਾ ਬੰਧੂ, ਕੋਈ ਮਿੱਤਰ ਹੋਏ ਨਾ, ਕੋਈ ਬਾਂਹ ਫੜਨ ਵਾਲਾ ਹੀ ਨਾ ਹੋਏ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉਹ ਮਨਾ ਉੱਥੇ ਨਾਮ ਹੋਏਗਾ, ਉਹ ਹੋਏਗਾ ਜਿਹਦੀ ਹੋਂਦ ਵਿੱਚੋਂ ਤੂੰ ਆਇਆ ਆ। ਇਹ ਬੰਦੇ ਨੂੰ ਜੇ ਕਿਤੇ ਚੇਤੇ 'ਚ ਰਹਿ ਜਾਏ, ਫਿਰ ਇਹ ਦੁਨੀਆਦਾਰੀ ਦਾ ਮੋਹ, ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਬੰਦਾ ਇਹਨਾਂ ਦੀ ਤਲਾਂਜਲੀ ਕਰ ਦੇਗਾ। ਬੜੇ ਬੈਲੈਂਸਡ ਵੇ ਨਾਲ ਜਿਹੜਾ ਹੈਗਾ ਇਹਨਾਂ ਨਾਲ ਸਾਂਝ ਪਾਏਗਾ। ਇਹਦੇ 'ਚ ਪੈ ਕੇ ਨਾ ਘਬਰਾਏਗਾ, ਨਾ ਡਰੇਗਾ, ਨਾ ਝੂਠ ਬੋਲੇਗਾ, ਨਾ ਮਤਲਬ ਬਾਹਰ ਆ ਜਾਏਗਾ, ਕਹੇਗਾ ਨਿਭਣ ਵਾਲਾ ਤੇ ਉਹੀ, ਉਹਦੇ ਨਾਲ ਸਾਥ ਹੈ ਮੇਰਾ। ਸਭ ਨੇ ਉਹਦੀ ਬਾਤ ਕੀਤੀ, ਧਨ ਹਮਾਰਾ ਮੀਤ। ਉਹ ਫਿਰ ਮੀਤ ਧਨ ਆ, ਫਿਰ ਉਹਦੇ ਨਾਲ ਜਿਹੜੀ ਸਾਂਝ ਆ ਐਸੀ ਬਣ ਜਾਏਗੀ ਜਿੱਥੋਂ ਲਫ਼ਜ਼ ਨਿਕਲਿਆ ਵਾਹਿਗੁਰੂ। ਧਨ ਮਤਲਬ ਜਿਹਨੂੰ ਤੁਸੀਂ ਕਹੋ ਵੰਡਰਫੁਲ, ਜਿਹਨੂੰ ਤੁਸੀਂ ਕਹੋ ਬਿਯੋਂਡ ਐਕਸਪਲੇਨੇਸ਼ਨ, ਅਮੇਜ਼ਡ ਕਰ ਦੇਣ ਵਾਲਾ, ਉਹਦੀ ਬਾਤ ਆ ਰਹੀ ਹੈ। ਸ਼ੁਰੂਆਤੀ ਪਦਾ ਆ ਇਹਦਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਗਿਆਨੀ ਜੀ ਨੇ ਬੜਾ ਸ਼ੁੱਧ ਪਾਠ ਕੀਤਾ, ਔਖੀ ਘੜੀ ਨਾ ਦੇਖਣ ਦੇਈ। ਨਹੀਂ ਤਾਂ ਕਈ ਵਾਰੀ ਇਹਨੂੰ ਦੇਈ ਪੜ੍ਹ ਜਾਂਦੇ ਹਾਂ ਅਸੀਂ, ਥੋੜ੍ਹਾ ਜਿਹਾ ਨੇਜ਼ਲ ਸਾਊਂਡ ਲਗਾ ਜਾਂਦੇ ਹਾਂ। ਜੇ ਦੇਈ ਪੜ੍ਹ ਦਿਆਂਗੇ ਤਾਂ ਮਤਲਬ ਇਹ ਹੈ ਵੀ ਮੇਰਾ ਆਰਡਰ ਹੈ ਵੀ ਆਹ ਚੀਜ਼ ਮੈਨੂੰ ਹੋਣ ਨਾ ਦੇਈ। ਇੱਥੇ ਹੈ ਉਹਦੇ ਬਿਰਧ ਦੀ ਗੱਲ ਹੋ ਰਹੀ ਹੈ, ਸੁਭਾਅ ਦੀ। ਜਿੱਥੇ ਬੰਦੇ ਦੀ ਚਿਤਵਣੀ, ਚੇਤੇ ਦੇ ਵਿੱਚ ਇਹ ਚੀਜ਼ ਆ ਵਸੇ ਕਿ ਉਹ ਅੰਗ ਸੰਗ ਹੈ, ਉਹਦੇ ਤੋਂ ਦੂਰੀ ਹੋ ਹੀ ਨਹੀਂ ਸਕਦੀ, ਉੱਥੇ ਮੌਜੂਦ ਆ। ਔਖੀ ਘੜੀ ਨਾ ਦੇਖਣ ਦੇ, ਕੋਈ ਵੀ ਘੜੀ ਜੈਸੀ ਮਰਜ਼ੀ ਹੋਏ ਉਹ ਔਖੀ ਨਹੀਂ ਲੱਗੇਗੀ। ਆਹ ਮਾਇਨਾ ਅਸਲ 'ਚ ਇਹਦਾ। ਬੰਦਾ ਮਨ ਭਾਉਂਦੀ ਸਿਚੁਏਸ਼ਨ ਲੱਭ ਰਿਹਾ ਹੈਗਾ, ਉਹ ਕਦੀ ਵੀ ਨਹੀਂ ਲੱਭ ਸਕਦੀ। ਮਦਰ ਨੇਚਰ ਦੇ ਲਈ ਅਨਸਰਟਨਟੀ ਇਜ਼ ਅਸੈਂਸ਼ੀਅਲ। That is the law of nature. We cannot actually imagine that we are going to get all the time very certain situations or according to our own wishes. No. ਇਹਦੇ ਲਾ ਟੁੱਟ ਜਾਏਗਾ ਫਿਰ ਮਦਰ ਨੇਚਰ ਦਾ। ਉਹਦਾ ਤੇ ਲਾ ਇਹ ਹੈਗਾ ਕਿ ਮਤਲਬ ਜਿਹੜਾ ਆ ਕਦੀ ਕੁਛ ਤੇ ਕਦੀ ਕੁਛ, ਇਹ ਤੇ ਇਸੇ ਤਰ੍ਹਾਂ ਹੀ ਚੱਲਣਾ ਆ। ਤੇ ਬੰਦਾ ਮਾੜੀ ਜਿਹੀ ਸਿਚੁਏਸ਼ਨ ਬਦਲਦੀ ਹੈ ਤਾਂ ਘਬਰਾ ਜਾਂਦਾ ਵੀ ਹੁਣ ਕੀ ਬਣੇਗਾ। ਸਭ ਕਹਿੰਦੇ ਜੈਸੀਆਂ ਮਰਜ਼ੀ ਘੜੀਆਂ ਹੋਣ, ਉਹਨਾਂ 'ਚ ਔਖ ਹੋਏਗੀ ਨਹੀਂ। ਔਖੀ ਘੜੀ ਨਾ ਦੇਖਣ ਦੇ। ਉਹ ਜਿਹੜੀ ਚੀਜ਼ ਆ
उस लैवल ते एहसास हो जाएगा, अपना बिरद संभाले। जिन्होंने चित्त विच वसाया आया वो अपने बिरद तो बाहर जाता ही नहीं गा। वो इतना स्ट्रोंग कर देंदा अंदरों। मतलब भारती खिते दे च हालत ये सीगी कि जिहड़ा असीं दौर देखते हैं गुरु पीरीयड दे विच, जुल्म की इंतहा। मुगलों ने किसी को घूर के वेखना तो बंदे का जमीर ईमान सब डावां डोल, बंदे ने तो मिट्टी हो जाना। फिर वो भी चीज़ दौर देखा जिस दौर दे विच घूर के वेखना तो एक पासे रहा, तत्तियां तवियां ते बिठाए, देगां च बाले, आरे चलाए, इंतहा कर दी। पर है जो डोल जान ते औख ही नहीं लगती उन्होंने। ये की है? एहसास आ चित्त च पक्का वस गया। लेटर और सूनर काल ने लिया, काल ने लै जाना है। सुरत अकाल नाल जोड़दा है, काल कुछ नहीं कर सकता तेरा। मौत ते अजित हो गए हो, उहदी बात हो रही है। हाथ दे रखा है अपने को, सास सास प्रतिपाले। फिर इंज लगता है जिवें वो शक्ति जिहड़ी हस्ती साडे अंदर ही पई है, हथ दे के बचा लैंदी है। वो अंग संग आ, घबराहट, डर, तोखला, किसी किस्म की खौफजदगी, जिन्हों कहा जाए कि जिन्ना फीयर फैक्टर आ, जिन्ना सानू जिहड़ा हो सब चीज़ां जिहड़ियां एलिमीनेट हो गई। बिल्कुल अंतले बचन निस्पते दे मन बिलास भय साहिब के। जो साहिब दे कौतक देखे ना, ਉਹਦੀ ਵਡਿਆਈ अंदर देखी, झलकारा वजया जदों ਉਹਦਾ, फिर मन बिलास, मन खेड़े चला गया। खुशी की इंतहा, हौला हो गया मन बिल्कुल। खुशी का मतलब, विलास का मतलब बिल्कुल सब बंधन टुट गए, जो लगता जिवें फ्लोट कर रहा बंदा। मन बिलास भय साहिब के, अचरज देख वडाई, अमेज्ड कर देने वाली ये ग्लोरी है। ਇਹਦੀ कोई तुसी तारीफ नहीं कर सकते, कोई तुसी डिफाइन नहीं कर सकते इनू। हर सिमर सिमर आनंद कर नानक, प्रपूर्ण पैज रखाई। हे नानक हरि नू सिमर सिमर, बस यही है। तो यही आनंद अवस्था आ, तो प्रभ पूर्ण पैज रखाई। इंज कह लो उन्हें जिहड़ा गोल्डन अपॉर्चुनिटी मिली सी एज ए ह्यूमन बीइंग, दैट we can attain and enjoy this kind of state of mind. Almighty has helped me to attain it. सब रहमत करन ऐसे आलमी वाकई चो चंगेरी प्रेरणा मिले। इन्नियां क बिनतियां नाल खिमा इत्थे समाप्ति है। रागी वीर सेवा करनगे, इजाजत चाहांगा।